ਹੈਲੋ ਸਟੂਡੈਂਟਸ, ਆਪਾਂ ਪਿਛਲੀ ਕਲਾਸ ਦੇ ਵਿੱਚ ਬਾਬਾ ਫਰੀਦ ਜੀ ਦੇ ਸ਼ਲੋਕ ਕਰ ਰਹੇ ਸਨ ਅਤੇ ਬਾਬਾ ਫਰੀਦ ਦੇ 4 ਸ਼ਲੋਕ ਆਪਾਂ ਕਰ ਚੁੱਕੇ ਸੀ ਤੇ 5ਵਾਂ ਸ਼ਲੋਕ ਅੱਜ ਆਪਾਂ ਸ਼ੁਰੂ ਕਰਾਂਗੇ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨ ਉਪਜੇ ਸੋ ਤਨ ਜਾਨ ਮਸਾਨ। ਇਸ ਵਿੱਚ ਬਾਬਾ ਫਰੀਦ ਜੀ ਇਨਸਾਨ ਨੂੰ ਸਮਝਾਉਂਦੇ ਹਨ ਕਿ ਮਾਲਕ ਨੂੰ ਆਪਾਂ ਬਾਹਰੋਂ ਨਹੀਂ, ਮਾਲਕ ਨੂੰ ਆਪਾਂ ਭਗਤੀ ਕਰਕੇ ਆਪਣਾ ਅੰਦਰੋਂ ਹੀ ਪਾਉਣਾ ਹੈ। ਆਪਾਂ ਇਸ ਦੁਨੀਆ ਦੇ ਵਿੱਚ ਆਏ ਹਾਂ, ਉਸ ਪਰਮਾਤਮਾ ਨੂੰ ਮਿਲਣ ਲਈ ਆਏ ਹਾਂ ਤਾਂ ਕਿ ਆਪਾਂ ਅੰਦਰੋਂ ਇੰਨੀ ਭਗਤੀ ਕਰ ਸਕੀਏ ਕਿ ਉਸ ਪਰਮਾਤਮਾ ਨੂੰ ਮਿਲ ਸਕੀਏ। ਤਾਂ ਬਾਬਾ ਫਰੀਦ ਜੀ ਕਹਿੰਦੇ ਹੈ ਵੀ ਜੋ ਸਰੀਰ, ਜੋ ਆਤਮਾਵਾਂ ਨੂੰ, ਜਿਨ੍ਹਾਂ ਆਤਮਾਵਾਂ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਹੈ ਕਿ ਅਸੀਂ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਹਾਂ, ਇਹ ਆਤਮਾ ਜਿਹੜੀ ਹੈ ਸਾਡੀ ਪਰਮਾਤਮਾ ਤੋਂ ਵਿਛੜੀ ਹੋਈ ਹੈ, ਤਾਂ ਉਸ ਤਨ ਦੇ ਵਿੱਚ ਵਿਛੋੜਾ ਹੁੰਦਾ ਹੈ। ਉਸ ਇਨਸਾਨ ਨੂੰ ਵਿਛੋੜਾ, ਜਦੋਂ ਆਪਣੇ ਤੋਂ ਕੋਈ ਦੂਰ ਹੋ ਜਾਂਦਾ ਹੈ ਤਾਂ ਆਪਾਂ ਨੂੰ ਉਸ ਚੀਜ਼ ਦਾ ਵਿਛੋੜਾ ਹੁੰਦਾ ਨਾ ਵੀ ਇਹ ਮੇਰੇ ਤੋਂ ਦੂਰ ਹੋ ਗਿਆ। ਪਰੰਤੂ ਆਪਾਂ ਸੰਸਾਰਿਕ ਜੀਵਾਂ ਦਾ ਵਿਛੋੜਾ ਮੰਨਦੇ ਹਾਂ, ਉਸ ਪਰਮਾਤਮਾ ਨਾਲ ਕਦੇ ਵੀ ਆਪਣੇ ਆਪ ਨੂੰ ਨਹੀਂ ਵਿਛੋੜਾ ਮੰਨਦੇ। ਪਰੰਤੂ ਆਪਾਂ ਕੀ ਹੈ, ਆਪਾਂ ਉਸ ਮਾਲਕ ਦੇ ਘਰੋਂ ਵਿਛੜ ਕੇ ਆਪਾਂ ਇਸ ਦੁਨੀਆ ਦੇ ਵਿੱਚ ਆਏ ਹੋਏ ਹਾਂ ਅਤੇ ਹੁਣ ਮਾਲਕ ਦੀ ਭਗਤੀ ਕਰਕੇ ਆਪਾਂ ਉਸ ਪਰਮਾਤਮਾ ਨੂੰ ਪਾਉਣਾ ਹੈ। ਪਰੰਤੂ ਜਿਸ ਕਹਿੰਦੇ ਜੋ ਇਨਸਾਨ ਤਾਂ ਇਹ ਗੱਲ ਕਹਿੰਦਾ ਵੀ ਮੈਂ ਉਸ ਪਰਮਾਤਮਾ ਨੂੰ ਵਿਛੜਿਆ ਹੋਇਆ ਹਾਂ, ਮੈਂ ਉਸ ਪਰਮਾਤਮਾ ਤੋਂ ਵਿਛੜਿਆ ਹੋਇਆ ਹੈ, ਮੈਂ ਉਸ ਪਰਮਾਤਮਾ ਨੂੰ ਪਾਉਣਾ ਹੈ, ਉਸ ਮਾਲਕ ਨੂੰ ਪਾਉਣਾ ਹੈ। ਬਿਰਹਾ ਬਿਰਹਾ ਆਖੀਏ, ਜੋ ਤਾਂ ਵਿਛੋੜਾ ਵਿਛੋੜਾ ਕਹਿੰਦਾ ਹੈ, ਮੈਂ ਵਿਛੜਿਆ ਹੋਇਆ ਹਾਂ, ਮੈਂ ਮਾਲਕ ਤੋਂ ਵਿਛੜਿਆ ਹੋਇਆ ਹਾਂ। ਬਿਰਹਾ ਤੂੰ ਸੁਲਤਾਨ, ਤਾਂ ਉਹ ਵਿਛੋੜੇ ਵਾਲਾ ਆਦਮੀ ਚਾਹੇ ਇਸ ਦੁਨੀਆ ਦੇ ਵਿੱਚ ਕਿੰਨਾ ਵੀ ਗਰੀਬ ਕਿਉਂ ਨਾ ਹੋਵੇ, ਪਰੰਤੂ ਉਹ ਪਰਮਾਤਮਾ ਦੀ ਨਜ਼ਰ ਦੇ ਵਿੱਚ ਸਭ ਤੋਂ ਵੱਡਾ ਬਾਦਸ਼ਾਹ ਹੈ। ਸੁਲਤਾਨ ਦਾ ਮਤਲਬ ਜਿਸ ਸਰੀਰ ਦੇ ਵਿੱਚ ਉਸ ਪਰਮਾਤਮਾ ਨੂੰ ਮਿਲਣ ਦੀ ਤੜਪ ਹੈ ਤਾਂ ਉਹ ਇਨਸਾਨ ਕੀ ਹੈ, ਸਭ ਤੋਂ ਵੱਡਾ ਬਾਦਸ਼ਾਹ ਜਾਂ ਰਾਜਾ ਹੈ। ਫਰੀਦਾ ਜਿਤ ਤਨ ਬਿਰਹਾ ਨ ਉਪਜੇ, ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਜੋ ਆਪਣਾ ਸਾਰਾ ਸਰੀਰ ਹੈ, ਆਪਣੇ ਅੰਦਰ ਆਤਮਾ ਹੈ, ਤਾਂ ਬਾਬਾ ਫਰੀਦ ਜੀ ਕਹਿੰਦੇ ਆ ਜਿਸ ਸਰੀਰ ਦੇ ਵਿੱਚ ਉਸ ਪਰਮਾਤਮਾ ਨੂੰ ਮਿਲਣ ਦੀ ਤੜਪ ਪੈਦਾ ਨਹੀਂ ਹੁੰਦੀ, ਜਾਂ ਉਸ ਨੂੰ ਇਹੀ ਨਹੀਂ ਪਤਾ ਵੀ ਮੈਂ ਇਸ ਮਾਲਕ ਤੋਂ ਵਿਛੜਿਆ ਹੋਇਆ ਹਾਂ, ਸੋ ਤਨ ਜਾਨ ਮਸਾਨ। ਅਤੇ ਉਹ ਸਰੀਰ ਕਿਸ ਤਰ੍ਹਾਂ ਦਾ ਹੈ, ਜਿਸ ਤਰ੍ਹਾਂ ਕਹਿੰਦੇ ਆਪਾਂ ਮੁਰਦੇ ਨੂੰ ਜਿੱਥੇ ਆਪਾਂ ਸਾੜਨ ਜਾਂਦੇ ਹਾਂ ਤਾਂ ਉਹ ਉਸ ਦੇ ਸਮਾਨ ਹੈ। ਮੁਰਦਿਆਂ ਨੂੰ ਸਾੜਨ ਵਾਲੀ ਜਗ੍ਹਾ ਆਪਾਂ ਕਹਿੰਦੇ ਉਹ ਸਰੀਰ, ਕਹਿੰਦੇ ਜਿਸ ਸਰੀਰ ਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਤੜਪ ਨਹੀਂ ਹੈ, ਪਰਮਾਤਮਾ ਤੋਂ ਉਸ ਨੂੰ ਵਿਛੋੜਾ ਮਹਿਸੂਸ ਨਹੀਂ ਹੁੰਦਾ, ਤਾਂ ਉਹ ਸਰੀਰ ਕਿਸ ਸਮਾਨ ਹੈ, ਜਿਸ ਤਰ੍ਹਾਂ ਜਿਸ ਜਗ੍ਹਾ 'ਤੇ ਅਸੀਂ ਮੁਰਦਿਆਂ ਨੂੰ ਸਾੜਦੇ ਹਾਂ, ਸੰਸਕਾਰ ਕਰਦੇ ਹਾਂ, ਉਹ ਉਸ ਤਰ੍ਹਾਂ ਦੇ ਬਰਾਬਰ ਹੈ। ਵੀ ਜਿੱਥੇ ਕੋਈ ਵੀ ਕਹਿੰਦੇ ਉਹ ਚਾਹੇ ਜਿੰਨਾ ਮਰਜ਼ੀ ਇਸ ਦੁਨੀਆ ਦੇ ਵਿੱਚ ਅਮੀਰ ਹੈ, ਪਰੰਤੂ ਉਹ ਪਰਮਾਤਮਾ ਦੀ ਨਜ਼ਰ ਦੇ ਵਿੱਚ ਸਭ ਤੋਂ ਜ਼ਿਆਦਾ ਗਰੀਬ ਅਤੇ ਮਰਿਆ ਹੋਇਆ ਇਨਸਾਨ ਹੈ। ਹਾਂਜੀ, ਹੁਣ ਇਹਦਾ ਆਪਾਂ ਭਾਵ ਅਰਥ ਕਰਾਂਗੇ। ਪ੍ਰਸੰਗ ਪਹਿਲਾਂ ਕਿ ਇਹ ਸ਼ਲੋਕ ਬਾਬਾ ਫਰੀਦ ਜੀ ਦਾ ਰਚਿਆ ਹੋਇਆ ਹੈ। ਦੇਖੋ, ਜਿਹਦੇ ਵਿੱਚ ਬਾਬਾ ਫਰੀਦ ਜੀ ਦੇ ਸ਼ਲੋਕਾਂ ਦਾ ਦੂਰੋਂ ਹੀ ਪਹਿਚਾਣ ਆ ਜਾਂਦੀ ਹੈ ਕਿ ਬਾਬਾ ਫਰੀਦ ਜੀ ਦੇ ਸ਼ਲੋਕ ਹੈ, ਕਿਉਂਕਿ ਉਹਨਾਂ ਨੇ ਆਪਣੇ ਸ਼ਲੋਕਾਂ ਦੇ ਵਿੱਚ ਫਰੀਦਾ ਸ਼ਬਦ ਦਾ ਪ੍ਰਯੋਗ ਕੀਤਾ ਹੈ, ਜਿੱਥੋਂ ਸਾਨੂੰ ਪਤਾ ਲੱਗ ਜਾਂਦਾ ਕਿ ਬਾਬਾ ਫਰੀਦ ਜੀ ਦੇ ਸ਼ਲੋਕ ਹੈ ਅਤੇ ਇਹ ਸਾਡੀ ਸਾਹਿਤਿਕ ਕਿਰਨਾਂ ਭਾਗਵਨ ਪੁਸਤਕ ਦੇ ਵਿੱਚ ਦਰਜ ਹੈ। ਇਸ ਸ਼ਲੋਕ ਵਿੱਚ ਸ਼ੇਖ ਫਰੀਦ ਜੀ ਨੇ ਵਿਛੋੜੇ ਦੇ ਮਹੱਤਵ ਨੂੰ ਪ੍ਰਗਟਾਇਆ ਹੈ। ਵਿਛੋੜਾ ਸੰਸਾਰਿਕ ਜੀਵਾਂ ਦਾ ਵਿਛੋੜਾ ਨਹੀਂ, ਇਹ ਨਹੀਂ ਵੀ ਮੈਂ ਆਪਣੀ ਭੈਣ ਤੋਂ ਵਿਛੜ ਗਈ, ਆਪਣੇ ਪਤੀ ਤੋਂ ਵਿਛੜ ਗਈ, ਆਪਣੀ ਪਤਨੀ ਤੋਂ ਵਿਛੜ ਗਈ, ਉਹਨਾਂ ਦਾ ਸੰਸਾਰਿਕ ਜੀਵਾਂ ਦਾ ਵਿਛੋੜਾ ਨਹੀਂ, ਜਿਸ ਤਨ ਦੇ ਵਿੱਚ ਉਸ ਪਰਮਾਤਮਾ ਦੇ ਵਿਛੋੜੇ ਦੇ ਮਹੱਤਵ ਨੂੰ ਪ੍ਰਗਟਾਇਆ ਹੈ। ਅਤੇ ਇਸ ਨੂੰ ਸਗੋਂ ਸਾਰੇ ਜਜ਼ਬਿਆਂ ਦਾ ਸਰਤਾਜ ਦੱਸਿਆ ਹੈ। ਜਿਸ ਸਰੀਰ ਦੇ ਵਿੱਚ ਪਰਮਾਤਮਾ ਨੂੰ ਤੋਂ ਵਿਛੋੜੇ ਦਾ ਮਹੱਤਵ ਮਿਲਦਾ ਹੈ, ਉਹ ਕਹਿੰਦੇ ਆ ਵੀ ਉਹ ਸਭ ਤੋਂ ਵੱਡਾ ਬਾਦਸ਼ਾਹ ਸੁਲਤਾਨ ਹੈ। ਹਾਂਜੀ, ਵਿਛੋੜੇ ਦਾ ਜ਼ਿਕਰ ਕਰਦੇ ਹੋਏ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਲੋਕ ਵਿਛੋੜੇ ਨੂੰ ਬੁਰਾ ਕਹਿੰਦੇ ਹਨ। ਆਪਾਂ ਕਹਿੰਦੇ ਹਾਂ ਵੀ ਹਾਂ, ਵਿਛੋੜਾ ਨਹੀਂ ਹੋਣਾ ਚਾਹੀਦਾ, ਕਿਸੇ ਦਾ ਕਿਸੇ ਨਾਲੋਂ ਵਿਛੋੜਾ ਨਾ ਹੋਵੇ, ਜਿਹੜਾ ਵਿਛੋੜਾ ਵਾ ਉਹ ਬੁਰਾ ਹੁੰਦਾ ਹੈ। ਪਰ ਹੇ ਵਿਛੋੜੇ, ਤੂੰ ਤਾਂ ਸਭ ਜਜ਼ਬਿਆਂ ਦਾ ਸਰਤਾਜ ਹੈ। ਅਤੇ ਹੁਣ ਆਪਣਾ ਵਿਛੋੜਾ ਕਿਹਨਾਂ ਨਾਲ ਹੈ? ਆਪਣਾ ਵਿਛੋੜਾ ਉਸ ਪਰਮਾਤਮਾ ਤੋਂ ਹੋਇਆ ਹੈ। ਜਿਸ ਸਰੀਰ ਵਿੱਚ ਵਿਛੋੜੇ ਦਾ ਦਰਦ ਪੈਦਾ ਨਹੀਂ ਹੁੰਦਾ, ਉਹ ਸਰੀਰ ਤਾਂ ਮੁਰਦਾ ਅਥਵਾ ਮੜੀਆਂ ਦੇ ਸਮਾਨ ਹੈ। ਮੜੀਆਂ, ਜਿੱਥੇ ਆਪਾਂ ਮੁਰਦਾ ਸਰੀਰ ਨੂੰ ਜਲਾਉਣ ਜਾਂਦੇ ਹਾਂ, ਉਹ ਕਹਿੰਦੇ ਜਿਸ ਤਨ ਦੇ ਵਿੱਚ ਉਸ ਪਰਮਾਤਮਾ ਪ੍ਰਤੀ ਵਿਛੋੜਾ ਪੈਦਾ ਹੀ ਨਹੀਂ ਹੋਇਆ, ਤਾਂ ਉਹ ਸਰੀਰ ਕਿਸ ਸਮਾਨ ਹੈ? ਇੱਕ ਮੁਰਦੇ ਨੂੰ ਸਾੜਨ ਵਾਲੀ ਥਾਂ, ਮੜੀਆਂ ਦੇ ਸਮਾਨ ਹੈ। ਅਥਵਾ ਜਿਸ ਦੇ ਮਨ ਵਿੱਚ ਪਰਮਾਤਮਾ ਦੀ ਲਗਨ ਨਹੀਂ, ਜਿਸ ਨੂੰ ਪਰਮਾਤਮਾ ਨਾਲ ਕੋਈ ਪਿਆਰ ਨਹੀਂ। ਆਪਾਂ ਵਿਛੋੜਾ ਕਿਸ ਚੀਜ਼ ਨਾਲ ਹੁੰਦਾ ਆਪਣਾ? ਆਪਾਂ ਵਿਛੋੜੇ ਤੋਂ ਦੁਖੀ ਕਿਉਂ ਹੁੰਦੇ ਹਾਂ? ਕਿਉਂਕਿ ਆਪਣਾ ਉਹਦੇ ਨਾਲ ਪਿਆਰ ਹੁੰਦਾ ਹੈ।
ਆਪਣੇ ਤੋਂ ਕੋਈ ਆਪਣਾ ਭੈਣ ਭਰਾ ਆਪਣੇ ਮਾਂ-ਬਾਪ ਤੋਂ ਆਪਾਂ ਪਰਾਂ ਹੋ ਜਾਈਏ ਜਾਂ ਕਿਸੇ ਚੀਜ਼ ਤੋਂ ਆਪਣਾ ਜਿਸ ਵਿਛੋੜਾ ਹੋ ਜਾਏ ਤਾਂ ਆਪਾਂ ਦੁਖੀ ਹੋਣ ਲੱਗ ਜਾਂਦੇ ਹਾਂ। ਇਹਦਾ ਮਤਲਬ ਕੀ ਹੈ, ਸਾਨੂੰ ਉਹਦੇ ਨਾਲ ਪਿਆਰ ਹੁੰਦਾ ਹੈ, ਇਸ ਕਰਕੇ ਫੇਰ ਹੀ ਆਪਾਂ ਦੁਖੀ ਹੁੰਦੇ ਹਾਂ। ਇਸੇ ਤਰ੍ਹਾਂ ਜਿਸ ਸਰੀਰ ਦੇ ਵਿੱਚ ਪਰਮਾਤਮਾ ਦੀ ਲਗਨ ਨਹੀਂ, ਉਹਨੂੰ ਵਿਛੋੜਾ ਵੀ ਕਿਸ ਚੀਜ਼ ਦਾ ਹੋਣਾ, ਉਹਨੂੰ ਦੁੱਖ ਵੀ ਕਿਹੜੀ ਗੱਲ ਦਾ ਹੋਣਾ, ਉਹ ਮਨੁੱਖ ਕਿਹਦੇ ਸਮਾਨ ਹੈ, ਮੁਰਦੇ ਦੇ ਸਮਾਨ, ਇੱਕ ਮਰੇ ਹੋਏ ਇਨਸਾਨ ਦੇ ਸਮਾਨ ਹੈ। ਹਾਂਜੀ, ਇਸ ਤੋਂ ਬਾਅਦ ਆਪਾਂ ਅਗਲਾ ਸ਼ਲੋਕ ਕਰਾਂਗੇ। ਸ਼ਲੋਕ 6ਵਾਂ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਰੇ ਕੰਮ। ਦੇਖੋ, ਫਰੀਦਾ ਚਾਰ ਗਵਾਇਆ ਹੰਡ ਕੇ, ਕਹਿੰਦੇ ਦਿਨ ਦੇ ਪੂਰੇ 8 ਪਹਿਰ ਹੁੰਦੇ ਆ, 4 ਸਵੇਰ ਦੇ ਹੁੰਦੇ ਆ ਅਤੇ 4 ਰਾਤ ਦੇ ਹੁੰਦੇ ਆ। ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਆ, ਤੂੰ ਦਿਨ ਦੇ ਚਾਰ ਪਹਿਰ ਹੈ ਜਿਹੜੇ, ਉਹ ਤੂੰ 4 ਗਵਾਇਆ ਹੰਡ ਕੇ, ਖਾ ਪੀ ਕੇ ਬਾਜ਼ਾਰ 'ਤੇ ਹੰਡ ਕੇ ਦੌੜ ਭੱਜ ਕੇ ਕਮਾਈਆਂ ਕਰ ਲਈਆਂ, ਖਾ ਲਿਆ ਪੀ ਲਿਆ। ਆਪਾਂ ਦਿਨ ਦਾ ਸਮਾਂ ਆਪਾਂ ਸਾਰਾ ਦਿਨ ਲੱਗੇ ਰਹਿੰਦੇ ਹਾਂ, ਕੋਈ ਕਿਹੜੇ ਕੰਮ ਲੱਗਿਆ ਹੋਇਆ, ਕੋਈ ਕਿਹੜੇ ਕੰਮ ਲੱਗਿਆ ਹੋਇਆ ਹੈ, ਆਪਣੀ ਕਮਾਈਆਂ ਕਰੀ ਜਾਂਦੇ ਹਾਂ, ਖਾ ਲਿਆ ਪੀ ਲਿਆ, ਕਦੇ ਵੀ ਪਰਮਾਤਮਾ ਨੂੰ ਯਾਦ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਉਹਨਾਂ 4 ਪਹਿਰਾਂ ਦੇ ਵਿੱਚ ਆਪਾਂ ਕਦੇ ਵੀ ਪਰਮਾਤਮਾ ਨੂੰ ਯਾਦ ਨਹੀਂ ਕੀਤਾ। ਬਾਬਾ ਫਰੀਦ ਜੀ ਇਨਸਾਨ ਨੂੰ ਸਮਝਾਉਂਦੇ ਆ, 4 ਗਵਾਇਆ ਹੰਡ ਕੇ, 4 ਗਵਾਇਆ ਸਮ, ਅਤੇ ਬਾਕੀ ਜਿਹੜੇ ਰਾਤ ਦੇ 4 ਪਹਿਰ ਹੈ, ਸਮ ਮਤਲਬ ਕੀ ਆ, ਸੌਂ ਕੇ। 4 ਪਹਿਰ ਦਿਨ ਦੇ 4 ਪਹਿਰ ਤਾਂ ਖਾ ਪੀ ਕੇ ਕਮਾਈਆਂ ਵਾਸਤੇ ਭੱਜ ਦੌੜ ਕੇ ਗਵਾ ਲਏ, ਅਤੇ ਰਾਤ ਦੇ 4 ਪਹਿਰ ਸੌਂ ਕੇ ਗਵਾ ਲਏ। ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਰੇ ਕੰਮ। ਜਦੋਂ ਮਰਨ ਤੋਂ ਬਾਅਦ ਤੇਰੀ ਆਤਮਾ ਉੱਪਰ ਜਾਊਗੀ, ਉੱਥੇ ਤੇਰੇ ਤੋਂ ਹਿਸਾਬ ਕਿਤਾਬ ਮੰਗਿਆ ਜਾਊਗਾ ਵੀ ਤੂੰ ਇਸ ਦੁਨੀਆ ਦੇ ਵਿੱਚ ਕੀ ਕਰਨ ਆਇਆ ਸੀ। ਦੇਖੋ, ਖਾਣ ਵਾਸਤੇ ਇਨਸਾਨ ਕਮਾਉਂਦਾ ਹੈ, ਖਾਣਾ ਤਾਂ ਪਸ਼ੂਆਂ ਨੂੰ ਵੀ ਮਿਲ ਜਾਂਦਾ ਹੈ, ਤਾਂ ਪਰੰਤੂ ਪਸ਼ੂਆਂ ਦੇ ਵਿੱਚ ਉਹ ਵਿਵੇਕ, ਉਹ ਬੁੱਧੀ ਨਹੀਂ ਹੈ ਕਿ ਉਹ ਭਗਤੀ ਕਰਕੇ ਪਰਮਾਤਮਾ ਨੂੰ ਪਾ ਸਕੇ। ਇਸ ਕਰਕੇ ਜਿਹੜਾ ਮਨੁੱਖੀ ਜੀਵ ਹੈ, ਉਹ 5 ਤੱਤਾਂ ਦਾ ਬਣਿਆ ਹੋਇਆ ਹੈ, ਉਹਦੇ ਵਿੱਚ ਇੱਕ ਬੁੱਧੀ ਵਾਲਾ ਤੱਤ ਮੌਜੂਦ ਹੈ। ਉਹ ਬੁੱਧੀ ਵਾਲਾ ਤੱਤ ਕਿਉਂ ਮੌਜੂਦ ਹੈ, ਵੀ ਤਾਂ ਕਿ ਇਨਸਾਨ ਨੂੰ ਇੰਨੀ ਸਮਝ ਹੋਵੇ ਵੀ ਮੈਂ ਇਸ ਦੁਨੀਆ ਦੇ ਵਿੱਚ ਕੀ ਕਰਨ ਆਇਆ ਹਾਂ। ਇੱਥੇ ਆਪਾਂ ਖਾਣ ਪੀਣ ਤੇ ਸੌਣ ਤਾਂ ਆਏ ਨਹੀਂ, ਕਮਾਈਆਂ ਕਰਨ ਤਾਂ ਆਏ ਨਹੀਂ, ਕਿਉਂਕਿ ਕੋਈ ਵੀ ਇਨਸਾਨ ਜਿਸ ਦੀ ਮੌਤ ਹੋ ਜਾਂਦੀ ਹੈ, ਕਿ ਉਹ ਆਪਣਾ ਕੋਈ ਵੀ ਕਮਾਇਆ ਹੋਇਆ ਪੈਸਾ ਆਪਣੇ ਨਾਲ ਲੈ ਕੇ ਜਾ ਸਕਦਾ ਹੈ? ਨਹੀਂ। ਤਾਂ ਆਪਾਂ ਸਾਰੀ ਉਮਰ ਕੀ ਕਰਦੇ ਹਾਂ, ਆਪਾਂ ਸਾਰੀ ਉਮਰ ਐਸੇ ਕਮਾਈਆਂ ਦੇ ਵਿੱਚ ਲੱਗੇ ਰਹਿੰਦੇ ਹਾਂ। ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਰੇ ਕੰਮ। ਕਹਿੰਦੇ ਜਦੋਂ ਮਰਨ ਤੋਂ ਬਾਅਦ ਉਹਨੂੰ ਉੱਪਰ ਜਾਣਾ ਪਵੇਗਾ, ਉੱਪਰ ਜਾ ਕੇ ਜਦੋਂ ਪਰਮਾਤਮਾ ਨੇ ਤੇਰੇ ਤੋਂ ਹਿਸਾਬ ਕਿਤਾਬ ਮੰਗਿਆ, ਉੱਥੇ ਆਪਣਾ ਇੱਕ ਕੰਮ ਦਾ, ਇੱਕ ਘੰਟੇ ਦਾ, ਇੱਕ ਮਿੰਟ ਸਕਿੰਟ ਦਾ ਆਪਣਾ ਹਿਸਾਬ ਕਿਤਾਬ ਲਿਖਿਆ ਜਾ ਰਿਹਾ ਵੀ ਆਪਾਂ ਉੱਥੇ ਕੀ ਕਰ ਰਹੇ ਹਾਂ। ਆਪਾਂ ਇਸ ਦੁਨੀਆ ਦੇ ਵਿੱਚ ਪਰਮਾਤਮਾ ਨੇ ਭੇਜਿਆ, ਆਪਾਂ ਇੱਥੇ ਆ ਕੇ ਕੀ ਕੰਮ ਕੀਤੇ ਹੈ। ਜਦੋਂ ਆਪਣਾ ਉੱਥੇ ਹਿਸਾਬ ਕਿਤਾਬ ਖੋਲ੍ਹਿਆ ਜਾਊਗਾ ਤਾਂ ਪਰਮਾਤਮਾ ਕੀ ਕਰੂਗਾ, ਤੂੰ ਆਹ ਕੰਮ ਕਰਨ ਗਿਆ ਸੀ, ਤੂੰ ਖਾਣ ਪੀਣ ਤੇ ਸੌਣ ਗਿਆ ਸੀ ਧਰਤੀ ਉੱਤੇ, ਤੂੰ ਕਿਹੜੀਆਂ ਕਮਾਈਆਂ ਕਰਕੇ ਆਇਆ ਹਾਂ। ਕਮਾਈਆਂ ਕੋਈ ਪੈਸੇ ਵਾਲੀਆਂ ਕਮਾਈਆਂ ਤਾਂ ਉੱਪਰ ਜਾਣੀਆਂ ਨਹੀਂ ਹੈ। ਕਮਾਈ ਕਿਹੜੀ ਜਾਣੀ ਹੈ, ਪਰਮਾਤਮਾ ਨੂੰ ਯਾਦ ਕਰਨ ਵਾਲੀ ਕਮਾਈ। ਜਿਹੜਾ ਸਮਾਂ ਅਸੀਂ ਪਰਮਾਤਮਾ ਨੂੰ ਯਾਦ ਕਰਨ ਦੇ ਵਿੱਚ ਲਾਇਆ, ਉਹ ਆਪਣੀ ਅਸਲ ਕਮਾਈ ਹੈ, ਉਹ ਹੀ ਆਪਣੇ ਨਾਲ ਜਾਵੇਗੀ। ਅਤੇ ਆਪਾਂ ਤਾਂ ਇੱਥੇ 4 ਪਹਿਰ ਤੱਕ ਖਾ ਪੀ ਕੇ ਸੌਂ ਕੇ ਗਵਾ, ਤੇ 4 ਪਹਿਰ ਜਿਹੜੇ ਹੈ ਸੌਂ ਕੇ ਗਵਾਏ, 4 ਪਹਿਰ ਖਾ ਪੀ ਕੇ ਅਤੇ ਕੰਮਾਂ ਵਿੱਚ ਗੁਜ਼ਾ ਦੇ, ਅਤੇ ਪਰਮਾਤਮਾ ਨੂੰ ਤਾਂ ਆਪਾਂ ਕਿਸੇ ਪਹਿਰ ਵੀ ਨਹੀਂ ਯਾਦ ਕੀਤਾ, ਅਤੇ ਆਪਣੀ ਕਮਾਈ ਤਾਂ 0 ਹੋ ਗਈ। 0 ਕਮਾਈ ਵਾਲੇ ਤਾਂ ਪਤਾ ਹੀ ਹੈ, ਨਾ ਇੱਥੇ ਕੁਛ ਬਣਿਆ ਅਤੇ ਨਾ ਉੱਥੇ ਕੁਛ ਬਣਨਾ। ਤਾਂ ਉਸ ਵੇਲੇ ਪਰਮਾਤਮਾ ਆਪਣੇ ਤੇ ਕਹੇਗਾ ਵੀ ਦੱਸ ਹੁਣ ਤੈਨੂੰ ਮੈਂ ਕਿਹੜੇ ਪਾਸੇ ਭੇਜਾਂ, ਕਿਹੜੀ ਜੂਨ ਵਿੱਚ ਭੇਜਾਂ, ਤੈਨੂੰ ਮੈਂ ਇੰਨੀ ਵਧੀਆ ਜੂਨ ਦਿੱਤੀ ਸੀ, ਇਨਸਾਨੀ ਜੂਨ, ਤੂੰ ਉਹਦੇ ਵਿੱਚ ਕੀ ਕੰਮ ਕਰਕੇ ਆਇਆ ਹੈ। ਹਾਂਜੀ, ਇਸ ਤੋਂ ਬਾਅਦ ਆਪਾਂ ਇਹਦਾ ਵਿਆਖਿਆ ਕਰਾਂਗੇ। ਸ਼ੇਖ ਫਰੀਦ ਜੀ ਜੀਵ ਮਤਲਬ ਇਨਸਾਨ ਨੂੰ, ਭਾਵ ਆਪਣੇ ਆਪ ਨੂੰ ਸੰਬੋਧਨ ਕਰਦੇ, ਉਹਨਾਂ ਨੇ ਇਨਸਾਨ ਨੂੰ ਸਮਝਾਉਣ ਦੇ ਲਈ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਕਿਹਾ ਵੈ ਕਿ ਹੇ ਫਰੀਦ, ਤੂੰ ਦਿਨ ਦੇ 4 ਪਹਿਰ ਤਾਂ ਮਾਇਆ ਦੇ ਚੱਕਰ, ਪੈਸੇ ਕਮਾਉਣ ਦੇ ਚੱਕਰ ਵਿੱਚ, ਭਾਵ ਦੁਨਿਆਵੀ ਪਦਾਰਥਾਂ ਲਈ ਭੱਜ ਦੌੜ ਕੇ ਵਿਅਰਥ ਗੁਜ਼ਾਰ ਦਿੱਤੇ ਹਨ। ਇਸ ਤਰ੍ਹਾਂ ਤੂੰ ਦਿਨ ਭਰ ਤਾਂ ਮਾਇਆ ਦੇ ਚੱਕਰਾਂ ਦੇ ਵਿੱਚ ਇੱਧਰ ਉੱਧਰ ਭਟਕਦਾ ਰਿਹਾ, ਅਤੇ ਰਾਤ ਦੇ 4 ਪਹਿਰ ਤੂੰ ਸੌਂ ਕੇ ਗਵਾ ਦਿੱਤੇ। ਅਜਿਹੇ ਲੋਕਾਂ ਤੋਂ ਰੱਬ ਇਹ ਲੇਖਾ ਮੰਗੇਗਾ ਕਿ ਤੂੰ ਇਸ ਸੰਸਾਰ ਵਿੱਚ ਕਿਹੜੇ ਕੰਮ ਆਇਆ ਸੀ। ਵੀ ਤੈਨੂੰ ਮੈਂ ਇਹ ਤਾਂ ਨਹੀਂ ਕਿਹਾ ਵੀ ਚਲੋ ਠੀਕ ਹੈ ਇੱਥੇ ਆ ਕੇ ਕਮਾਈ ਨਾ ਕਰੋ, ਪਰੰਤੂ ਕਮਾਈ ਕਰਨ ਦੇ ਨਾਲ ਕਿਉਂਕਿ ਆਪਾਂ ਇਸ ਸੰਸਾਰ ਵਿੱਚ ਆਏ ਹਾਂ, ਆਪਾਂ ਘਰ-ਬਾਰ ਵੀ ਵੇਖਣਾ, ਆਪਾਂ ਪਰਿਵਾਰ ਵੀ ਪਾਲਣਾ, ਪਰੰਤੂ ਆਪਾਂ ਇੰਨੇ ਹੀ 24 ਘੰਟਿਆਂ ਵਿੱਚ ਵਿਅਸਤ ਨਹੀਂ ਹੋ ਜਾਣਾ ਕਿ ਅਸੀਂ ਉਹਦਾ 10ਵਾਂ ਹਿੱਸਾ ਵੀ ਆਪਣੇ ਗੁਰੂ ਵਾਸਤੇ ਨਾ ਕੱਢ ਸਕੀਏ। ਹਾਂਜੀ, ਇਸ ਤੋਂ ਬਾਅਦ ਅਗਲਾ ਸ਼ਲੋਕ ਹੈ ਬਾਬਾ ਫਰੀਦ ਜੀ ਦਾ। ਬੁੱਢਾ ਹੋਇਆ ਸ਼ੇਖ ਫਰੀਦ, ਕੰਬਣ ਲੱਗੀ ਦੇ, ਜੇ ਸੋ ਵਰਿਆ ਜੀਵਨਾ ਬੀਤਨ ਹੋਸੀ ਕੇ।
ਹਾਂਜੀ, ਤਾਂ ਹੁਣ ਇਹਦੇ ਵਿੱਚ ਜਿਸ ਤਰ੍ਹਾਂ ਬਾਬਾ ਫਰੀਦ ਜੀ ਨੇ ਇਨਸਾਨ ਨੂੰ ਸਮਝਾਉਣ ਦੇ ਲਈ ਆਪਦੇ ਆਪ ਨੂੰ ਇੱਕ ਐਗਜ਼ਾਮਪਲ ਪੇਸ਼ ਕੀਤੀ ਹੈ। ਤਾਂ ਬਾਬਾ ਫਰੀਦ ਜੀ ਆਪਦੇ ਆਪ ਨੂੰ ਸਮਝਾਉਂਦੇ ਹੋਏ ਕਹਿੰਦੇ ਹੈ ਕਿ ਬੁੱਢਾ ਹੋਇਆ ਸ਼ੇਖ ਫਰੀਦ। ਬਾਬਾ ਫਰੀਦ ਜੀ ਕਹਿੰਦੇ ਹੁਣ ਮੈਂ ਬੁੱਢਾ ਹੋ ਗਿਆ ਹਾਂ। ਜਦੋਂ ਇਨਸਾਨ ਬਜ਼ੁਰਗ ਹੋ ਜਾਂਦਾ ਹੈ ਤਾਂ ਉਹਦਾ ਸਰੀਰ ਜਿਹੜਾ ਹੈ, ਉਹਦੀ ਦੇਹ ਜਿਹੜੀ ਹੈ ਕੰਬਣ ਲੱਗ ਜਾਂਦੀ ਹੈ। ਉਹਦਾ ਸਰੀਰ, ਹੁਣ ਆਪਾਂ ਆਪਣੇ ਬਜ਼ੁਰਗਾਂ ਨੂੰ ਦੇਖਦੇ ਹਾਂ ਨਾ, ਉਹਨਾਂ ਦਾ ਤਨ ਅਤੇ ਆਪਣੇ ਤਨ ਵਿੱਚ, ਆਪਣੇ ਸਰੀਰ ਦੇ ਵਿੱਚ ਤੇ ਉਹਨਾਂ ਦੇ ਸਰੀਰ 'ਚ ਬਹੁਤ ਜ਼ਿਆਦਾ ਫਰਕ ਹੈ। ਉਹਨਾਂ ਦਾ ਸਰੀਰ ਜਿਵੇਂ ਜਿਵੇਂ ਬੁਢਾਪਾ ਆਉਂਦਾ, ਜਿਵੇਂ ਜਿਵੇਂ ਬੁਢਾਪਾ ਹੋਰ ਵੱਧਦਾ ਜਾਂਦਾ, ਉਹਨਾਂ ਦੀ ਦੇਹ ਕੰਬਣ ਲੱਗ ਜਾਂਦੀ ਹੈ। ਜੇ 100 ਵਰਿਆ ਜੀਵਨਾ ਬੀਤਨ ਹੋ ਸਕੇ। ਕਹਿੰਦੇ ਜੇ ਇਨਸਾਨ ਇਸ ਦੁਨੀਆ ਵਿੱਚ 100 ਤੋਂ ਵੱਧ ਤਾਂ ਉਮਰ ਕਿਸੇ ਦੀ ਵੀ ਨਹੀਂ ਹੁੰਦੀ ਗੀ, ਵੱਧ ਤੋਂ ਵੱਧ ਆਪਾਂ 100 ਸਾਲ ਹੀ ਜਿਉ ਸਕਦੇ ਹਾਂ। ਜੇ ਕਹਿੰਦੇ ਆਪਾਂ 100 ਸਾਲ ਵੀ ਇੱਥੇ ਜਿਉ ਲਏ ਤਾਂ ਵੀ ਇਸ ਤਨ ਨੇ, ਇਸ ਸਰੀਰ ਨੇ ਕੀ ਹੋ ਜਾਣਾ, ਮਿੱਟੀ ਹੋ ਜਾਣਾ ਹੈ। ਪਹਿਲੀ ਗੱਲ ਤਾਂ 100 ਸਾਲ ਕਿਸੇ ਦੀ ਉਮਰ ਨਹੀਂ, ਪਰੰਤੂ ਫਿਰ ਵੀ ਜੇ ਆਪਾਂ 100 ਸਾਲ ਵੀ ਮੰਨ ਕੇ ਚੱਲੀਏ ਤਾਂ 100 ਸਾਲ ਬਾਅਦ ਵੀ ਆਪਾਂ ਮਰਨਾ ਤਾਂ ਹੈ ਹੀ ਹੈ। ਅਮਰ ਤਾਂ ਇੱਥੇ ਇਸ ਦੁਨੀਆ ਵਿੱਚ ਕੋਈ ਵੀ ਨਹੀਂ। ਤਾਂ ਉਸ ਵੇਲੇ ਜਦੋਂ ਆਪਾਂ ਆਪਣੀ ਮੌਤ ਹੋਊਗੀ ਤਾਂ ਇਸ ਤਨ ਨੇ, ਇਸ ਸਰੀਰ ਨੇ ਕੀ ਹੋ ਜਾਣਾ, ਮਿੱਟੀ ਹੀ ਹੋ ਜਾਣਾ ਹੈ। ਤਾਂ ਮਰਨ ਤੋਂ ਬਾਅਦ ਆਪਣੇ ਸਰੀਰ ਨੂੰ ਜਲਾਇਆ ਜਾਊਗਾ ਤਾਂ ਉਹ ਕੀ ਹੈ, ਉਹ ਮਿੱਟੀ ਹੀ ਬਣ ਜਾਊ। ਜਿਸ ਤਨ ਨੂੰ ਅਸੀਂ ਸਵਾਰਨ ਵਾਸਤੇ ਸਾਰੀ ਉਮਰ ਲਗਾ ਦਿੱਤੀ ਇਸ ਤਨ ਨੂੰ ਸਵਾਰਨ ਲਈ, ਉਸ ਤਨ ਨੇ ਜਦੋਂ ਅਖੀਰ 'ਤੇ ਮਿੱਟੀ ਹੀ ਹੋ ਜਾਣਾ ਹੈ ਤਾਂ ਉਸ ਤਨ ਨੂੰ ਸਵਾਰਨ ਦਾ ਕੀ ਫਾਇਦਾ। ਸਵਾਰਨਾ ਕਿਹਨੂੰ ਹੈ, ਆਪਾਂ ਆਪਣੀ ਆਤਮਾ ਨੂੰ, ਜਿਹੜੀ ਕਿ ਨਾ ਕਦੇ ਮਰਦੀ ਹੈ, ਜਿਸ ਆਤਮਾ ਨੇ ਪਰਮਾਤਮਾ ਨੂੰ ਮਿਲਣਾ ਹੈ। ਆਪਾਂ ਆਪਣੇ ਪ੍ਰੀਤਮ ਪਿਆਰੇ ਨੂੰ ਮਿਲਣਾ, ਆਪਾਂ ਆਪਣੇ ਪਿਆਰੇ ਨੂੰ ਮਿਲਣ ਵਾਸਤੇ ਆਪਾਂ ਆਪਦੇ ਆਪ ਨੂੰ ਸਵਾਰਦੇ ਹਾਂ। ਜਿਸ ਤਰ੍ਹਾਂ ਆਪਾਂ ਆਪਣੇ ਸਰੀਰ ਨੂੰ ਸਵਾਰਦੇ ਹਾਂ, ਕੀ ਕਦੇ ਆਪਾਂ ਆਪਣੀ ਆਤਮਾ ਨੂੰ ਸਵਾਰਨ ਦੀ ਕੋਸ਼ਿਸ਼ ਕੀਤੀ ਹੈ? ਉਹ ਆਤਮਾ ਜਿਸ ਨੇ ਜਾ ਕੇ ਪਰਮਾਤਮਾ ਨੂੰ ਮਿਲਣਾ ਹੈ, ਉਹ ਆਤਮਾ 'ਤੇ ਤਾਂ ਮਨ ਆਪਾਂ ਮੈਲ ਚੜਾਈ ਹੋਈ ਹੈ। ਇਸ ਕਰਕੇ ਜਿਸ ਤਨ ਨੇ ਇੱਥੇ ਹੀ ਸਵਾਹ ਹੋ ਜਾਣਾ ਹੈ, ਜਿਸ ਨੇ ਅੱਗੇ ਨਹੀਂ ਜਾਣਾ, ਤਾਂ ਉਸ ਤਨ ਨੂੰ ਸਵਾਰਨ ਦਾ ਕੋਈ ਫਾਇਦਾ ਨਹੀਂ। ਹਾਂਜੀ, ਇਹਦੀ ਵਿਆਖਿਆ ਕਰਾਂਗੇ। ਮਨੁੱਖੀ ਜੀਵ ਦੀ ਨਾਸ਼ਵੰਤਤਾ ਨੂੰ ਪ੍ਰਗਟਾਉਂਦੇ ਹੋਏ ਬਾਬਾ ਫਰੀਦ ਆਪਣੀ ਉਦਾਹਰਨ ਦਿੰਦੇ ਹੋਏ ਫਰਮਾਉਂਦੇ ਹਨ ਕਿ ਸ਼ੇਖ ਫਰੀਦ ਬੁੱਢਾ ਹੋ ਗਿਆ ਹੈ। ਆਪਦੇ ਆਪ ਨੂੰ ਐਗਜ਼ਾਮਪਲ ਪੇਸ਼ ਕਰਦੇ ਆ ਕਿ ਸ਼ੇਖ ਫਰੀਦ ਹੁਣ ਬੁੱਢਾ ਹੋ ਗਿਆ ਹੈ ਅਤੇ ਬੁਢਾਪੇ ਵਿੱਚ ਉਸ ਦਾ ਸਰੀਰ ਕੰਬਣ ਲੱਗ ਪਿਆ ਹੈ। ਸ਼ੇਖ ਫਰੀਦ ਫਰਮਾਉਂਦੇ ਹਨ ਕਿ ਜੇਕਰ ਮੈਂ 100 ਸਾਲ ਵੀ ਜਿਉਇਆ ਤਾਂ ਵੀ ਮੈਨੂੰ 100 ਸਾਲ ਦਾ ਜੀਵਨ ਵੀ ਜੇ ਮੈਨੂੰ ਨਸੀਬ ਹੋ ਜਾਵੇ, ਭਾਵ ਜੇਕਰ ਮੈਂ 100 ਵਰਿਆਂ ਦੀ ਉਮਰ ਵੀ ਭੋਗ ਲਵਾਂ ਤਾਂ ਵੀ ਅੰਤ ਵਿੱਚ ਮੇਰੇ ਸਰੀਰ ਨੇ ਕੀ ਹੋ ਜਾਣਾ, ਮਿੱਟੀ ਹੀ ਹੋ ਜਾਣਾ ਹੈ। ਜਾਂ ਮੇਰੇ ਸਰੀਰ ਨੂੰ ਦਫਨਾਇਆ ਜਾਏਗਾ ਜਾਂ ਮੇਰੇ ਸਰੀਰ ਨੂੰ ਮਚਾਇਆ ਜਾਵੇਗਾ, ਅਥਵਾ ਇੱਕ ਦਿਨ ਉਸ ਨੂੰ ਇਹ ਸੰਸਾਰ ਛੱਡ ਕੇ ਜਾਣਾ ਹੀ ਪੈਣਾ ਹੈ। ਜਦੋਂ ਸੰਸਾਰ ਛੱਡਣਾ ਹੈ ਤਾਂ ਉਸ ਵੇਲੇ ਕਿਸੇ ਵੀ ਚੀਜ਼ ਨੇ ਨਾਲ ਨਹੀਂ ਜਾਣਾ, ਸਿਰਫ ਕੀ ਜਾਊਗੀ, ਸਾਡੀ ਆਤਮਾ, ਜਾਂ ਜੋ ਪਰਮਾਤਮਾ ਨੂੰ ਯਾਦ ਕਰਨ ਦੇ ਵਿੱਚ ਅਸੀਂ ਸਮਾਂ ਲਾਇਆ ਹੈ, ਸਿਰਫ ਉਹੀ ਸਾਡੇ ਨਾਲ ਜਾਵੇਗਾ। ਮੌਤ ਨਿਸ਼ਚਿਤ ਹੈ ਅਤੇ ਕੋਈ ਵੀ ਜੀਵ ਮਨੁੱਖ ਇਸ ਤੋਂ ਬਚ ਨਹੀਂ ਸਕਦਾ। ਇਹ ਨਹੀਂ ਕਹਿੰਦੇ ਕਿ ਬਾਬਾ ਫਰੀਦ ਜੀ ਵੀ ਤੁਸੀਂ ਪਰਿਵਾਰ ਵਿੱਚ ਰਹਿ ਕੇ ਕਮਾਈ ਨਾ ਕਰੋ। ਜੇ ਆਪਾਂ ਕਮਾਈ ਨਾ ਕਰਾਂਗੇ ਆਪਾਂ ਪਰਿਵਾਰ ਕਿਵੇਂ ਪਾਲਾਂਗੇ? ਪਰੰਤੂ ਆਪਾਂ ਆਪਣੀ ਇਸ ਸੰਸਾਰਿਕ ਮੋਹ ਵਿੱਚ ਇੰਨਾ ਵੀ ਨਹੀਂ ਵੱਜ ਜਾਣਾ ਕਿ ਉਸ ਪਰਮਾਤਮਾ ਦੀ ਦਿੱਤੀ ਹੋਈ ਦਾਤ ਨੂੰ ਵੀ ਅਸੀਂ ਭੁੱਲ ਜਾਈਏ। ਉਸ ਪਰਮਾਤਮਾ ਨੂੰ ਹੀ ਭੁੱਲ ਕੇ ਬੈਠ ਜਾਈਏ ਜਿਸ ਕੰਮ ਦੇ ਲਈ, ਜਿਸ ਨੂੰ ਪਾਉਣ ਦੇ ਲਈ ਅਸੀਂ ਇਸ ਦੁਨੀਆ 'ਤੇ ਆਏ ਹਾਂ। ਹਾਂਜੀ, ਇਹ ਤਾਂ ਬੇਟੇ ਆਪਣੇ ਬਾਬਾ ਫਰੀਦ ਜੀ ਦੇ ਸ਼ਲੋਕ ਸੀਗੇ ਸਾਰੇ। ਇਹਨਾਂ ਨੂੰ ਧਿਆਨ ਨਾਲ ਪੜ੍ਹਿਓ। ਇਹਦੇ ਵਿੱਚ ਜੀਵਨ ਦੀ ਬਹੁਤ, ਜਿਹੜੀ ਜੀਵਨ ਦਾ ਅਸਲੀ ਮੰਤਵ, ਉਹਦੀ ਆਪਾਂ ਨੂੰ ਸਿੱਖਿਆ ਮਿਲਦੀ ਹੈ ਵੀ ਬਾਬਾ ਫਰੀਦ ਜੀ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਾਂ ਉਹਨਾਂ ਨੇ ਆਪਣੇ ਅੰਦਰੋਂ ਕਿਸ ਚੀਜ਼ ਨੂੰ ਜਾਣਿਆ ਹੈ, ਉਹ ਉਹਨਾਂ ਨੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ। ਇਹਦੇ ਵਿੱਚੋਂ ਬੇਟੇ ਤੁਹਾਨੂੰ ਬਾਬਾ ਫਰੀਦ ਜੀ ਦੇ ਸ਼ਲੋਕ ਦੇ ਵਿੱਚੋਂ ਤੁਹਾਨੂੰ 1 ਨੰਬਰ ਅਤੇ ਇੱਕ ਵੱਡਾ ਕੁਐਸਚਨ 3 ਨੰਬਰ ਵਾਲਾ ਆਏਗਾ, ਜਿਸ ਦੇ ਕਾਰਨ ਸਾਨੂੰ ਇਹ ਸੱਤੇ ਦੇ ਸੱਤੇ ਸ਼ਲੋਕ ਜਿਹੜੇ ਹੈ ਸਾਨੂੰ ਚੰਗੀ ਤਰ੍ਹਾਂ ਉਹਨਾਂ ਦਾ ਸਾਰ ਅਰਥ ਯਾਦ ਕਰਨਾ ਪਵੇਗਾ। ਹਾਂਜੀ, ਹੁਣ ਇਹਦਾ ਕੇਂਦਰੀ ਭਾਵ ਦਾ ਮਤਲਬ ਇਹ ਹੁੰਦਾ ਹੈ ਵੀ ਬਾਬਾ ਫਰੀਦ ਜੀ ਇਹ ਸਾਰੀ ਕਵਿਤਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਹਨ। ਹਾਂਜੀ, ਇਹ ਤੁਹਾਨੂੰ ਵੱਡਾ 3 ਨੰਬਰ ਦਾ ਕੁਐਸਚਨ ਵੀ ਆ ਸਕਦਾ ਹੈ। ਹਾਂਜੀ, ਮਨੁੱਖੀ ਜੀਵਨ ਨਾਸ਼ਵਾਨ ਹੈ। ਉਹਨਾਂ ਨੇ ਇਹ ਨਹੀਂ ਕਿ ਇੱਕ ਲਾਈਨ ਦਾ ਮਤਲਬ ਨਹੀਂ ਹੁਣ ਦੱਸਣਾ, ਵੀ ਉਹਦੇ 'ਚ ਆਪਾਂ ਸਿਰਫ ਮਤਲਬ ਇਹ ਦੱਸਣਾ ਵੀ ਬਾਬਾ ਫਰੀਦ ਜੀ ਸਾਰੇ ਸ਼ਲੋਕਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੈ। ਵੀ ਜਿਹੜਾ ਮਨੁੱਖੀ ਜੀਵਨ ਹੈ ਨਾਸ਼ਵਾਨ ਹੈ। ਕੋਈ ਵੀ ਮਨੁੱਖ ਹਮੇਸ਼ਾ ਲਈ ਇਸ ਸੰਸਾਰ 'ਤੇ ਨਹੀਂ ਰਹਿ ਸਕਦਾ। 100 ਵਰਿਆਂ ਦੀ ਜ਼ਿੰਦਗੀ ਬਤੀਤ ਕਰਕੇ ਵੀ ਉਸਨੇ ਇਸ ਸੰਸਾਰ ਨੂੰ ਛੱਡ ਹੀ ਜਾਣਾ ਹੈ। ਮੌਤ ਜੀਵਨ ਦਾ ਇੱਕ ਸੱਚ ਹੈ ਅਤੇ ਇਸ ਤੋਂ ਬਚਿਆ ਨਹੀਂ ਜਾ ਸਕਦਾ। ਜਿੰਨਾ ਮਰਜ਼ੀ ਇਹ ਨਾ ਸੋਚੋ ਵੀ ਆਪਾਂ ਕਹਿੰਦੇ ਵੀ ਉਹਨੂੰ ਮੌਤ ਆ ਗਈ, ਚੱਲ ਠੀਕ ਹੈ, ਮੈਨੂੰ ਤਾਂ ਮੌਤ ਆਉਣੀ ਨਹੀਂ। ਮੌਤ ਤਾਂ ਸਾਰਿਆਂ ਨੂੰ ਆਉਣੀ, ਕਿਸੇ ਨੂੰ ਅੱਗੇ ਆ ਗਈ, ਕਿਸੇ ਨੂੰ ਪਿੱਛੇ ਆ ਗਈ। ਕੋਈ 10 ਸਾਲ ਪਹਿਲਾਂ ਮਰ ਗਿਆ, ਕੋਈ 10 ਸਾਲ ਬਾਅਦ 'ਚ ਮਰ ਜਾਏਗਾ। ਮੌਤ ਸਭ ਨੂੰ ਆਉਣੀ ਹੈ। ਇਹ ਜ਼ਿੰਦਗੀ ਦਾ ਇੱਕ ਅਟਲ ਸੱਚਾਈ ਹੈ ਜਿਹਨੂੰ ਕੋਈ ਬਦਲ ਨਹੀਂ ਸਕਦਾ। ਵਿਸ਼ੇਸ਼ ਟਿੱਪਣੀ 'ਚ ਸਾਰ ਆ ਜਾਂਦਾ ਵੀ ਬਾਬਾ ਫਰੀਦ ਜੀ ਦੀ ਸ਼ਲੋਕਾਂ ਦਾ ਸਾਰ ਲਿਖੋ।
ਸ਼ੇਖ ਫਰੀਦ ਜੀ ਨੇ ਮਨੁੱਖ ਨੂੰ ਮਾੜੇ ਕਰਮ ਨਾ ਕਰਨ, ਕਹਿੰਦੇ ਹੁਣ ਆਪਾਂ ਇੱਥੇ ਕੋਈ ਵੀ ਕੰਮ ਕਰਦੇ ਹਾਂ, ਆਪਾਂ ਆਪਣਾ ਭਲਾ ਕਰਨ ਦੇ ਲਈ ਆਪਾਂ ਦੂਜਿਆਂ ਦਾ ਮਾੜਾ ਕਰਦੇ ਹਾਂ ਤਾਂ ਉਹ ਆਪਣੇ ਇੱਕ ਕਰਮ ਬਣ ਜਾਂਦਾ ਹੈ। ਮਾੜੇ ਕਰਮ ਨਾ ਕਰਨ ਅਤੇ ਆਪਣੇ ਔਗਣਾਂ ਵੱਲ ਝਾਤੀ ਮਾਰਨ ਦੀ ਪ੍ਰੇਰਨਾ ਦਿੱਤੀ ਹੈ। ਬਾਬਾ ਫਰੀਦ ਜੀ ਕਹਿੰਦੇ ਆਪਾਂ ਦੂਜਿਆਂ 'ਚ ਨੁਕਸ ਕੱਢਣ ਲਈ ਆਪਾਂ ਤਿਆਰ ਹੋਏ ਨੇ ਵੀ ਉਹਨੇ ਐਂ ਕੀਤਾ, ਕਦੇ ਆਪਣੇ ਅੰਦਰ ਝਾਤੀ ਮਾਰੀ ਹੈ ਵੀ ਆਪਾਂ ਕੀ ਕਰ ਰਹੇ ਹਾਂ। ਆਪਾਂ ਨੂੰ ਆਪਣੇ ਔਗਣ ਜਾਂ ਦੋਸ਼ ਕਦੇ ਵੀ ਨਜ਼ਰ ਨਹੀਂ ਆਉਂਦੇ। ਇਸ ਕਰਕੇ ਆਪਣੀ ਜੀਵ ਨੂੰ ਇਸ ਵਿੱਚੋਂ ਘਰ ਵਿੱਚੋਂ ਅੱਲਾ ਨੂੰ ਆਪਣੇ ਘਰ ਵਿੱਚੋਂ ਕਹਿੰਦੇ ਪਰਮਾਤਮਾ ਨੂੰ ਪਛਾਣਨ ਲਈ ਘਰ-ਬਾਰ ਤਿਆਗਣ ਦੀ ਲੋੜ ਨਹੀਂ, ਆਪਣੇ ਅੰਦਰ ਹੀ ਤੁਸੀਂ ਪਰਮਾਤਮਾ ਨੂੰ ਪਛਾਣੋ। ਪ੍ਰਭੂ ਦੀ ਦਿੱਤੀ ਹੋਈ ਜੋ ਪਰਮਾਤਮਾ ਨੇ ਆਪਾਂ ਨੂੰ ਰੁੱਖਾ ਸੁੱਖਾ ਖਾ ਕੇ ਗੁਜ਼ਾਰਾ ਕਰਨ ਅਤੇ ਪਰਮਾਤਮਾ ਤੋਂ ਪੈਦਾ ਹੋਈ ਦੂਰੀ ਨੂੰ ਦੂਰ ਕਰਨ ਲਈ ਚੰਗੇ ਕਰਮ ਕਰਨ ਲਈ ਕਿਹਾ ਹੈ। ਚੰਗੇ ਕੰਮ, ਜੇ ਪਰਮਾਤਮਾ ਨੂੰ ਪਾਉਣਾ ਹੈ, ਪਰਮਾਤਮਾ ਕਿਸ ਨੂੰ ਮਿਲੇਗਾ ਜਲਦੀ? ਜਿਹੜਾ ਇਨਸਾਨ ਚੰਗੇ ਕੰਮ ਕਰੇਗਾ, ਜਿਹੜਾ ਦੂਜਿਆਂ ਦੇ ਔਗਣ ਦੋਸ਼ ਨਹੀਂ ਲੱਭੇਗਾ, ਆਪਣੇ ਆਪ ਨੂੰ ਨਿਮਾਣਾ ਬਣ ਕੇ ਚੱਲੇਗਾ। ਫਰੀਦ ਜੀ ਦੱਸਦੇ ਹਨ ਕਿ ਮੌਤ ਨਿਸ਼ਚਿਤ ਹੈ ਅਤੇ ਮਨੁੱਖੀ ਜੀਵਨ ਨਾਸ਼ਵਾਨ ਹੈ, ਇਸ ਲਈ ਪ੍ਰਭੂ ਵੱਲੋਂ ਮਿਲੇ ਸਮੇਂ ਨੂੰ ਚੰਗੇ ਪਾਸੇ ਲਾਉਣਾ ਚਾਹੀਦਾ ਹੈ। ਕਮਾਈ ਵੀ ਕਰੋ, ਪਰੰਤੂ ਜਿਹੜੀ ਕਮਾਈ ਨੇ ਉੱਪਰ ਜਾਣਾ ਹੈ, ਆਪਣੇ ਨਾਲ ਜਾਣਾ ਹੈ, ਉਸ ਨੂੰ ਵੀ ਕਦੇ ਨਾ ਭੁੱਲੋ। ਹਾਂਜੀ, ਇਸ ਤੋਂ ਬਾਅਦ ਆਪਾਂ ਛੋਟੇ ਕੁਐਸਚਨ ਵੱਲ ਧਿਆਨ ਦਿੰਦੇ ਹਾਂ। ਮਨੁੱਖ ਨੂੰ ਆਪਣੇ ਲੇਖ ਕਿਹੋ ਜਿਹੇ ਨਹੀਂ ਬਣਾਉਣੇ ਚਾਹੀਦੇ? ਮਨੁੱਖ ਨੂੰ ਆਪਣੇ ਲੇਖ ਭੈੜੇ ਅਤੇ ਮਾੜੇ ਨਹੀਂ ਬਣਾਉਣੇ ਚਾਹੀਦੇ। ਕਿਹੜਾ ਸਮਾਂ ਨੇੜੇ ਆ ਗਿਆ ਹੈ? ਮੌਤ ਦਾ ਸਮਾਂ ਨੇੜੇ ਆ ਰਿਹਾ। ਹੁਣ ਆਪਾਂ ਆਪਣੇ ਜੀਵਨ ਤੋਂ ਪਿੱਛੇ ਹਟਦੇ ਜਾ ਰਹੇ ਹਾਂ। ਆਪਾਂ ਕਿਹਦੇ ਵੱਲ ਹਰ ਸਾਲ ਆਪਾਂ ਕਿਹਦੇ ਵੱਲ ਵੱਧ ਰਹੇ ਹਾਂ? ਆਪਾਂ ਮੌਤ ਵਾਲੀ ਸਾਈਡ 'ਤੇ ਵੱਧ ਰਹੇ ਹਾਂ। ਬੁਢਾਪੇ ਦੀਆਂ ਕੀ ਨਿਸ਼ਾਨੀਆਂ ਹਨ? ਕਿਵੇਂ ਪਤਾ ਲੱਗਦਾ ਬੁਢਾਪਾ ਆ ਗਿਆ? ਬੁਢਾਪੇ ਵਿੱਚ ਦਾੜੀ ਚਿੱਟੀ ਹੋ ਜਾਂਦੀ ਹੈ ਅਤੇ ਦੇਹ ਕੰਬਣ ਲੱਗ ਜਾਂਦੀ ਹੈ। ਮਨੁੱਖ ਜੰਗਲ ਵਿੱਚ ਕਿਸ ਨੂੰ ਲੱਭਦਾ ਫਿਰਦਾ ਹੈ? ਰੱਬ ਨੂੰ। ਹਾਂਜੀ, ਇਸ ਤੋਂ ਬਾਅਦ ਅਗਲਾ ਕੁਐਸਚਨ, ਮਨੁੱਖ ਕਿੱਥੇ ਵੱਸਦਾ ਹੈ? ਰੱਬ ਕਿੱਥੇ ਵੱਸਦਾ ਹੈ? ਮਨੁੱਖ ਦੇ ਹਿਰਦੇ ਵਿੱਚ। ਬਿਰਹਾ ਤੋਂ ਕੀ ਭਾਵ ਹੈ? ਬਿਰਹਾ ਮਤਲਬ ਵਿਛੋੜਾ। ਵਿਛੋੜਾ ਕਿਹਦੇ ਤੋਂ? ਪਰਮਾਤਮਾ ਤੋਂ ਦੂਰੀ। ਜਿਸ ਇਨਸਾਨ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹੋਇਆ ਹਾਂ, ਮੇਰੀ ਪਰਮਾਤਮਾ ਤੋਂ ਦੂਰੀ ਹੈ ਅਤੇ ਮੈਂ ਉਸ ਪਰਮਾਤਮਾ ਨੂੰ ਪਾਉਣਾ ਹੈ, ਉਸ ਅੰਦਰ ਕੀ ਆ ਜਾਂਦੀ ਹੈ? ਬਿਰਹਾ ਆ ਜਾਂਦੀ ਹੈ। ਅਤੇ ਬਿਰਹਾ ਜਿਸ ਵਿੱਚ ਆ ਜਾਂਦੀ ਹੈ ਉਹ ਸਭ ਤੋਂ ਵੱਡਾ ਬਾਦਸ਼ਾਹ ਹੈ, ਉਹ ਮਾਲਕ ਦੀ ਨਜ਼ਰ ਦੇ ਵਿੱਚ ਸਭ ਤੋਂ ਵੱਡਾ ਬਾਦਸ਼ਾਹ ਹੈ। ਹਾਂਜੀ, ਇਸ ਤੋਂ ਬਾਅਦ ਹੋਰ ਛੋਟੇ ਕੁਐਸਚਨ ਹੈ। ਰੁੱਖੀ ਸੁੱਖੀ ਖਾਣ ਤੋਂ ਫਰੀਦ ਜੀ ਦਾ ਕੀ ਭਾਵ ਹੈ? ਰੁੱਖੀ ਸੁੱਖੀ ਖਾਣ ਤੋਂ ਭਾਵ ਇਹ ਹੈ ਕਿ ਆਪਣੀ ਹੱਕ ਦੀ ਕਮਾਈ ਖਾਓ, ਆਪਣੀ ਹੱਕ ਦੀ ਖੁਰਾਕ ਭਾਵੇਂ ਸਾਦੀ ਹੈ, ਉਹਦੇ 'ਤੇ ਸਬਰ ਸੰਤੋਖ ਕਰਨਾ ਚਾਹੀਦਾ। ਦੂਜਿਆਂ ਦੀ ਕਮਾਈ ਅਤੇ ਦੂਜਿਆਂ ਦੇ ਰੋਟੀ ਵੱਲ ਦੇਖ ਕੇ ਆਪਦੇ ਮਨ ਨੂੰ ਤਰਸਾਉਣਾ ਨਹੀਂ ਚਾਹੀਦਾ। ਪਰਾਈ ਚੋਪੜੀ ਵੇਖ ਕੇ ਮਨ ਨੂੰ ਕਿਉਂ ਨਹੀਂ ਤਰਸਾਉਣਾ ਚਾਹੀਦਾ? ਪਰਾਈ ਚੋਪੜੀ ਵੇਖ ਕੇ ਮਨ ਨੂੰ ਨਹੀਂ ਤਰਸਾਉਣਾ ਚਾਹੀਦਾ ਕਿਉਂਕਿ ਇਸ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ, ਸਗੋਂ ਮਨ ਵਿੱਚ ਭੈੜੇ ਵਿਚਾਰ ਪੈਦਾ ਹੁੰਦੇ ਹਨ। ਜਦੋਂ ਆਪਾਂ ਆਪਦੀ ਲੋਕਾਂ ਦੀ ਚੋਪੜੀ, ਲੋਕਾਂ ਦੀ ਵੱਧ ਕਮਾਈ ਵੱਲ ਦੇਖ ਕੇ ਅਸੀਂ ਤਰਸਦੇ ਹਾਂ ਤਾਂ ਸਾਡੇ ਮਨ ਅੰਦਰ ਲਾਲਚ ਪੈਦਾ ਹੋ ਜਾਂਦਾ ਹੈ, ਜਿਸ ਦੇ ਨਾਲ ਸਾਡੇ ਅੰਦਰ ਆਪਾਂ ਮਾੜੇ ਤੋਂ ਮਾੜੇ ਕੰਮ ਕਰਨ ਲਈ ਵੀ ਤਿਆਰ ਹੋ ਜਾਂਦੇ ਹਨ। ਸਾਨੂੰ ਪਰਮਾਤਮਾ ਦੇ ਦਿੱਤੇ 'ਤੇ ਖੁਸ਼ ਰਹਿਣਾ ਚਾਹੀਦਾ ਹੈ। ਸ਼ਲੋਕ ਦਾ ਕੇਂਦਰੀ ਭਾਵ ਆਪਾਂ ਪਿੱਛੇ ਕਰ ਚੁੱਕੇ ਹੋਏ ਹਾਂ। ਇਸ ਤੋਂ ਬਾਅਦ ਹੈ ਇਸ ਵੱਡੇ ਕੁਐਸਚਨ, ਤੁਹਾਡੇ ਖਿਆਲ ਅਨੁਸਾਰ ਰੱਬ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਰੱਬ ਦੀ ਪ੍ਰਾਪਤੀ ਲਈ ਸ਼ਬਦ ਦੀ ਕਮਾਈ ਦੀ ਲੋੜ ਹੈ। ਕੋਈ ਵਿਰਲਾ ਹੀ ਹੈ ਜਿਹੜਾ ਪਰਮਾਤਮਾ ਦੀ ਬੈਠ ਕੇ ਭਗਤੀ ਕਰਦਾ ਹੈ ਅਤੇ ਅਜਿਹੇ ਮਹਾਂਪੁਰਸ਼ ਆਪਣੇ ਅੰਦਰ ਰੱਬ ਨੂੰ ਅਨੁਭਵ ਕਰਦੇ ਹੋਏ ਦੁਨੀਆ ਨੂੰ ਆਪਣਾ ਬਿਆਨ ਦੱਸਦੇ ਆ, ਐਕਸਪੀਰੀਅੰਸ ਦੱਸਦੇ ਆ, ਆਪਣਾ ਜੋ ਉਹਨਾਂ ਨੇ ਅੰਦਰ ਪ੍ਰਾਪਤ ਕੀਤਾ ਹੁੰਦਾ ਉਹ ਦੁਨੀਆ ਸਾਹਮਣੇ ਪੇਸ਼ ਕਰਦੇ ਹਨ। ਕਿ ਮਿਹਨਤ ਅਤੇ ਇਮਾਨਦਾਰੀ ਜਿਹੜੀ ਹੈ ਧਰਮ ਦੀ ਪਹਿਲੀ ਪੌੜੀ ਹੈ? ਹਾਂ, ਜਿਹੜੀ ਮਿਹਨਤ, ਪਹਿਲਾਂ ਕੋਈ ਵੀ ਕੰਮ ਤੁਸੀਂ ਇਹ ਨਾ ਦੇਖੋ ਮੈਂ ਕੀ ਹਾਸਲ ਕੀਤਾ, ਮੈਨੂੰ ਕੀ ਮਿਲਿਆ ਹੈ। ਤੁਸੀਂ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰੋ, ਇਹ ਸਭ ਤੋਂ ਪਹਿਲੀ ਧਰਮ ਦੀ ਪੌੜੀ ਹੈ। ਹਾਂਜੀ, ਇਸ ਤੋਂ ਬਾਅਦ ਹੋਰ ਜਿਹੜੇ ਛੋਟੇ ਕੁਐਸਚਨ ਹੈ ਆਪਾਂ ਅਗਲੀ ਕਲਾਸ ਵਿੱਚ ਕਰਾਂਗੇ। ਅਗਲੇ ਚੈਪਟਰ ਵਿੱਚ ਜਦੋਂ ਕਲਾਸ ਹੋਊਗੀ ਉਹਦੇ ਵਿੱਚ ਆਪਾਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਨੂੰ ਹੀ ਧਿਆਨ ਨਾਲ ਹੋਰ ਇਹਦੇ ਕੁਐਸਚਨ ਨੂੰ ਰਿਵਾਈਜ਼ ਕਰਾਂਗੇ। ਧੰਨਵਾਦ ਬੇਟੇ। ਬਾਬਾ ਫਰੀਦ ਜੀ ਦੇ ਸ਼ਲੋਕਾਂ ਨੂੰ ਸਾਰਾ ਧਿਆਨ ਨਾਲ ਪੜ੍ਹਿਓ ਤਾਂ ਕਿ ਆਪਾਂ ਪ੍ਰੇਸ਼ਨਾਂ ਦੇ ਉੱਤਰ ਚੰਗੀ ਤਰ੍ਹਾਂ ਕਰ ਸਕੀਏ।